ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ, ਆਪਾਂ ਇੱਥੇ ਜੇਲ੍ਹ ਅਸਿਸਟੈਂਟ ਸੁਪਰੀਡੈਂਟ ਦੇ ਵਾਸਤੇ MCQ ਦੀ ਸੀਰੀਜ਼ ਸਟਾਰਟ ਕੀਤੀ ਹੈ। ਅੱਜ ਉਹਦੇ ਵਿੱਚ ਆਪਾਂ ਨੈਕਸਟ ਪਾਰਟ ਲੈ ਕੇ ਆਏ ਹਾਂ ਰਾਜੇ। ਤੇ ਬਾਕੀ ਜਿਹੜੇ ਬੱਚੇ ਡਿਮਾਂਡ ਕਰ ਰਹੇ ਸੀ ਰਾਜੇ ਟੈਸਟ ਸੀਰੀਜ਼ ਦੀ, ਉਹ ਮੈਂ ਅੱਜ ਸ਼ਾਮ ਤੱਕ ਮੈਂ ਕੰਪਲੀਟ ਕਰ ਲੂँਗਾ। ਕੱਲ੍ਹ ਲਾਂਚ ਕਰ ਦਿੰਦੇ ਆ, ਤੁਹਾਨੂੰ ਕੱਲ੍ਹ ਤੱਕ ਮਿਲ ਜੂਗੀ ਦੁਪਹਿਰ ਤੱਕ ਰਾਜੇ। ਤੇ ਵੇਟ ਕਰ ਲਓ ਬਸ। ਜਿਹੜੀ ਮੈਂ ਪੇਡ ਸੀਰੀਜ਼ ਦੀ ਗੱਲ ਕੀਤੀ ਸੀ, ਜਿਹਦੇ ਵਿੱਚ ਮੈਂ 200 ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆਊਂਗਾ ਆਪਣੇ ਕੰਪਿਊਟਰ ਦੇ, ਜਿਹੜੇ ਕਿ ਤੁਹਾਨੂੰ ਅਸਿਸਟੈਂਟ ਜੇਲਰ ਸੁਪਰੀਡੈਂਟ ਦੇ ਵਾਸਤੇ ਕੀ ਹੋਣਗੇ, ਹੈਲਪਫੁਲ ਹੋਣਗੇ। ਰਾਈਟ ਹੈ। ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ, ਇਹਦੇ ਵਿੱਚ ਮੈਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਰਾਜੇ, ਜਿਹੜੇ ਆਪਣਾ IT ਐਕਟ 2000 ਤੇ 2008 ਦੇ ਜਿਹੜੇ ਵੱਖਰੇ ਵੱਖਰੇ ਸੈਕਸ਼ਨ ਨੇ, ਸ਼ਡਿਊਲ ਨੇ, ਉਹਨਾਂ ਤੋਂ ਕਿਵੇਂ ਕੁਐਸਚਨ ਪੁੱਛੇ ਜਾਂਦੇ ਆ ਤੇ ਕਿਵੇਂ ਤੁਸੀਂ ਉਹਨਾਂ ਨੂੰ ਪੜ੍ਹਨਾ ਹੈ, ਤਾਂ ਸਾਰਾ ਕੁਝ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ, ਆਪਣਾ ਰੈਂਕ ਵਗੈਰਾ ਲਿਖ ਕੇ ਜਾਇਓ। ਤੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਕਮੈਂਟ ਕਰਿਓ ਕਿ ਵੀਡੀਓ ਕਿਵੇਂ ਦੀ ਲੱਗੀ। ਚਲੋ ਸਟਾਰਟ ਕਰਦੇ ਹਾਂ। ਇਹਦਾ ਪਹਿਲਾ ਕੁਐਸਚਨ ਕਹਿੰਦਾ, ਦਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਇਜ਼ ਐਨ ਐਕਟ ਆਫ ਇੰਡੀਅਨ ਪਾਰਲੀਮੈਂਟ ਨੋਟੀਫਾਈਡ ਔਨ। ਤਾਂ ਕਦੋਂ ਨੋਟੀਫਾਈਡ ਹੋਇਆ ਸੀ, ਤੁਸੀਂ ਆਪਸ਼ਨ ਵਗੈਰਾ ਪੜ੍ਹ ਲੈਣੀ ਆ ਰਾਜੇ। ਤਾਂ ਰਾਈਟ ਆਪਸ਼ਨ ਹੈਗੀ ਆ 17 ਅਕਤੂਬਰ 2000 ਦੇ ਵਿੱਚ ਨੋਟੀਫਾਈਡ ਹੋਇਆ ਸੀਗਾ। ਰਾਈਟ ਹੈ। ਨੈਕਸਟ ਦੇਖਦੇ ਹਾਂ। ਕਹਿੰਦਾ ਅਸੈਸਿੰਗ ਏ ਕੰਪਿਊਟਰ ਵਿਦਾਊਟ ਦਾ ਅਥੈਂਟੀਕੇਸ਼ਨ ਇਜ਼ ਏ ਸਾਈਬਰ ਕ੍ਰਾਈਮ ਦੈਟ ਕਮਸ ਅੰਡਰ। ਮਤਲਬ ਕਿਸੇ ਦੀ ਪਰਮਿਸ਼ਨ ਦੇ ਬਿਨਾਂ ਆਪਾਂ ਕੋਈ ਕੰਪਿਊਟਰ ਵਗੈਰਾ ਕਿਸੇ ਦਾ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਕ੍ਰਾਈਮ ਕਿਹਦੇ ਅੰਡਰ ਆਉਂਦਾ ਹੈ? 65 ਸੈਕਸ਼ਨ ਦੇ ਅੰਡਰ ਆਉਂਦਾ ਹੈ, 66 ਦੇ, 68 ਜਾਂ 70 ਦੇ। ਤਾਂ ਰਾਜੇ ਇਹ ਆਉਂਦਾ 66 ਸੈਕਸ਼ਨ ਦੇ ਅੰਡਰ ਆਉਂਦਾ ਹੈ, ਜਦੋਂ ਆਪਾਂ ਕਿਸੇ ਦੀ ਪਰਮਿਸ਼ਨ ਦੇ ਬਿਨਾਂ ਉਹਦਾ ਕੰਪਿਊਟਰ ਵਗੈਰਾ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨੈਕਸਟ ਕਹਿੰਦਾ ਡੈਸ਼ ਮੀਨਸ ਏ ਪਰਸਨ ਹੂ ਹੈਜ਼ ਬੀਨ ਗਰੰਟਿਡ ਏ ਲਾਇਸੈਂਸ ਟੂ ਇਸ਼ੂ ਇਲੈਕਟ੍ਰੋਨਿਕ ਸਿਗਨੇਚਰ ਸਰਟੀਫਿਕੇਟ। ਮਤਲਬ ਕਹਿੰਦਾ ਕੌਣ ਇਲੈਕਟ੍ਰੋਨਿਕ ਸਿਗਨੇਚਰ ਸਰਟੀਫਿਕੇਟ ਇਸ਼ੂ ਕਰ ਸਕਦਾ ਹੈ? ਤਾਂ ਇਹਦਾ ਰਾਈਟ ਆਂਸਰ, ਤੁਸੀਂ ਬਾਕੀ ਆਪਸ਼ਨਾਂ ਪੜ੍ਹ ਲਿਓ, ਰਾਈਟ ਆਂਸਰ ਹੈਗਾ ਰਾਜੇ ਸਰਟੀਫਾਈਂਗ ਅਥਾਰਟੀ। ਜਿਹੜੀ ਸਰਟੀਫਾਈਂਗ ਅਥਾਰਟੀ ਹੋਏਗੀ ਉਹੀ ਇਸ਼ੂ ਕਰ ਸਕਦੀ ਹੈ, ਅਦਰਵਾਈਜ਼ ਕੋਈ ਇੱਦਾਂ ਨਹੀਂ ਕਿ ਪ੍ਰਾਈਵੇਟ ਬੰਦਾ ਤੁਹਾਨੂੰ ਇਸ਼ੂ ਕਰ ਦੂਗਾ ਸਰਟੀਫਿਕੇਟ ਸਿਗਨੇਚਰ ਦਾ। ਰਾਈਟ ਹੈ। ਨੈਕਸਟ ਦੇਖਦੇ ਹਾਂ। ਅਥੈਂਟੀਕੇਸ਼ਨ ਦਾ ਮੀਨਿੰਗ ਕੀ ਹੈ? ਕਹਿੰਦਾ ਅਥੈਂਟੀਕੇਸ਼ਨ ਕੀ ਹੁੰਦੀ ਹੈ? ਕਹਿੰਦਾ ਟੂ ਸ਼ੋਰ ਆਇਡੈਂਟੀਟੀ ਆਫ ਯੂਜ਼ਰ ਔਨ ਏ ਰਿਮੋਟ ਸਿਸਟਮ ਇੰਸਰਸ਼ਨ ਮੋਡੀਫਿਕੇਸ਼ਨ ਇੰਟੀਗ੍ਰੇਸ਼ਨ। ਤਾਂ ਰਾਈਟ ਆਂਸਰ ਇਹੀ ਹੈ ਰਾਜੇ। ਅਥੈਂਟੀਕੇਸ਼ਨ ਦਾ ਮਤਲਬ ਹੁੰਦਾ ਕਿ ਜਿਹੜਾ ਬਿਲਕੁਲ ਸਹੀ ਜੈਨੂਅਨ ਪਰਸਨ ਹੈ ਜਾਂ ਜੈਨੂਅਨ ਕੰਪਿਊਟਰ ਹੈ ਜਿਹੜਾ ਕਿ ਉਸ ਨੈਟਵਰਕ ਦੇ ਵਿੱਚ ਯੂਜ਼ ਹੋ ਰਿਹਾ, ਠੀਕ ਹੈ, ਉਹਨੂੰ ਕਹਿ ਦਿੰਦੇ ਅਥੈਂਟੀਕੇਸ਼ਨ। ਨੈਕਸਟ ਗੱਲ ਕਰਦੇ ਹਾਂ। ਕਹਿੰਦਾ ਸੈਕਸ਼ਨ 67A ਤੇ 67B ਕਹਿੰਦਾ ਇੰਪਲਾਈਜ਼ ਇਨ ਰੈਫਰੈਂਸ ਆਫ ਏ ਚਿਲਡਰਨ ਹੂ ਹੈਵ ਨਾਟ ਕੰਪਲੀਟਿਡ ਡੈਸ਼ ਈਅਰ ਆਫ ਏਜ। ਤਾਂ ਕਿੰਨੇ ਸਾਲ ਦੀ ਏਜ ਵਾਲੇ ਨੂੰ ਕਵਰ ਕਰਦੇ, ਜਿਹੜੇ ਨਹੀਂ ਕੰਪਲੀਟ ਕਰਦੇ? ਤਾਂ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਚੱਲਦੀ ਭਾਈ 18 ਸਾਲ। ਤਾਂ ਰਾਈਟ ਆਂਸਰ ਕੀ ਹੋ ਜਾਊਗਾ ਤੁਹਾਡਾ? 18 ਈਅਰ ਹੋ ਜਾਊਗਾ। ਰਾਈਟ ਹੈ। ਨੈਕਸਟ ਗੱਲ ਕਰਦੇ ਆ। ਕਹਿੰਦਾ ਹੈਕਿੰਗ ਦਾ ਮਤਲਬ ਕੀ ਹੁੰਦਾ ਹੈ? ਇਹ ਸਾਰੀਆਂ ਆਪਸ਼ਨਾਂ ਤੁਸੀਂ ਪੜ੍ਹਨੀਆਂ ਨੇ, ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਨੇ, ਪਰ ਤੁਹਾਨੂੰ ਮੈਂ ਰਾਈਟ ਆਂਸਰ ਦੱਸ ਦਿੰਦਾ, ਤੁਹਾਡਾ ਟਾਈਮ ਵੇਸਟ ਘੱਟ ਹੋਵੇ ਇਸ ਕਰਕੇ। ਕਹਿੰਦਾ ਅਨਆਥੋਰਾਈਜ਼ਡ ਅਟੈਂਪਟ ਟੂ ਬਾਈਪਾਸ ਦਾ ਸਿਕਿਉਰਿਟੀ ਮੈਕੈਨਿਜ਼ਮ ਆਫ ਦਾ ਇਨਫੋਰਮੇਸ਼ਨ ਸਿਸਟਮ ਔਰ ਨੈਟਵਰਕ। ਮਤਲਬ ਆਪਾਂ ਜਦੋਂ ਕਿਸੇ ਸਿਸਟਮ ਦੀ ਸਿਕਿਉਰਿਟੀ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨੂੰ ਕਹਿ ਦਿੰਦੇ ਆ ਹੈਕਿੰਗ। ਠੀਕ ਹੈ ਜੀ। ਤਾਂ ਇਹਦਾ ਰਾਈਟ ਆਂਸਰ ਹੈ, ਇਹਨੂੰ ਨੋਟ ਕਰ ਲਿਓ, ਇਹ ਤੋਂ ਕੁਐਸਚਨ ਪੁੱਛੇ ਜਾਂਦੇ ਹੈਕਿੰਗ ਤੋਂ। ਨੈਕਸਟ ਆ ਬਹੁਤ ਵਧੀਆ ਕੁਐਸਚਨ ਹੈ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਇੱਕ IT ਐਕਟ ਸੀਗਾ 66A, ਉਹਨੂੰ ਕੀ ਹੈ ਆਪਣਾ ਕੋਰਟ ਨੇ ਕੀ ਕਰਤਾ? ਅਬੋਲਿਸ਼ ਕਰਤਾ। ਕਿਉਂ ਕਰਤਾ? ਕਿਉਂਕਿ ਜਿਹੜੀ ਪੁਲਿਸ ਸੀਗੀ ਉਹਦਾ ਨਜਾਇਜ਼ ਫਾਇਦਾ ਚੱਕਣ ਲੱਗ ਗਈ ਸੀਗੀ। ਉਹਦੇ ਵਿੱਚ ਇਨੋਸੈਂਟ ਜਿਹੜੇ ਸਟੂਡੈਂਟਸ ਹੁੰਦੇ ਸੀਗੇ ਉਹਨਾਂ 'ਤੇ ਕੇਸ ਪਾਉਣੇ ਸ਼ੁਰੂ ਕਰਤੇ ਸੀ ਪੁਲਿਸ ਨੇ। ਤਾਂ 2015 ਦੇ ਵਿੱਚ ਰਾਜੇ ਇਹਨੂੰ ਅਬੋਲਿਸ਼ ਕਰਤਾ ਸੀਗਾ। ਤਾਂ ਉਹ ਕੇਸ ਦਾ ਨਾਮ ਕੀ ਸੀਗਾ ਇਹ ਪੁੱਛ ਰਹੇ ਆ। ਕਹਿੰਦਾ ਇਨ ਦਾ ਫੋਲੋਇੰਗ ਕੇਸ ਦਾ ਆਨਰੇਬਲ ਸੁਪਰੀਮ ਕੋਰਟ ਸਟਰਕ ਡਾਊਨ ਦਾ ਸੈਕਸ਼ਨ 66A ਆਫ ਦਾ IT ਐਕਟ। ਤਾਂ ਉਹ ਕੇਸ ਸੀਗਾ ਭਾਈ ਤੁਹਾਡਾ ਸ਼ੇਰਿਆ ਸਿੰਘਾਲ ਵਰਸਿਸ UOI। ਠੀਕ ਹੈ। ਤਾਂ ਇਹ ਭਾਈ ਤੁਹਾਡਾ, ਇਹਨੂੰ ਨੋਟ ਕਰ ਲਿਓ ਐਜ਼ ਇਟ ਇਜ਼, ਇਹਨੂੰ ਯਾਦ ਰੱਖਣਾ ਤੁਸੀਂ। ਠੀਕ ਹੈ। ਇਹ ਬਹੁਤ ਮਤਲਬ ਕਿ ਉਸ ਟਾਈਮ ਨਿਊਜ਼ ਦੇ ਵਿੱਚ ਰਿਹਾ, ਤਾਂ ਇਹ ਹੋ ਸਕਦਾ ਹੋਪਫੁਲੀ ਤੁਹਾਡੇ ਐਗਜ਼ਾਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇ। ਨੈਕਸਟ ਗੱਲ ਕਰਦੇ ਹਾਂ। ਕਹਿੰਦਾ ਦਾ ਫੋਲੋਇੰਗ ਲਾਜ਼ ਸੈਕਸ਼ਨਸ ਵਰ ਅਮੈਂਡਡ ਪਾਸ ਟੂ ਦਾ ਕੰਬੈਕਟ ਪੋਰਨੋਗ੍ਰਾਫੀ ਆਫ ਐਨ ਐਗਰੀਵੇਟਿਡ ਫਾਰਮ। ਤਾਂ ਕਿਹੜੇ ਸੈਕਸ਼ਨ ਦੇ ਅੰਡਰ ਕਵਰ ਹੁੰਦਾ ਰਾਜੇ? ਤਾਂ ਇਹਨੂੰ ਆਪਸ਼ਨਾਂ ਪੜ੍ਹ ਲੈਣੀਆਂ ਤੁਸੀਂ ਸਾਰੀਆਂ। ਤਾਂ ਜਿਹੜਾ ਇਹਦਾ ਰਾਈਟ ਆਂਸਰ ਹੈਗਾ ਰਾਜੇ ਸੈਕਸ਼ਨ 66A ਐਂਡ 66B ਆਫ ਦਾ IT ਅਮੈਂਡਮੈਂਟ ਐਕਟ 2008 ਦੇ ਅੰਡਰ ਕਵਰ ਹੁੰਦਾ ਭਾਈ ਤੁਹਾਡਾ ਇਹ ਜੋ ਵੀ ਪੋਰਨੋਗ੍ਰਾਫੀ ਦੇ ਰਿਲੇਟਡ ਜਿਹੜੇ ਆਪਾਂ ਕੰਟੈਂਟ ਵਗੈਰਾ ਕੋਈ ਸ਼ੇਅਰ ਕਰਦਾ ਹੈ। ਠੀਕ ਹੈ ਜੀ। ਰਾਈਟ ਹੈ, ਨੋਟ ਕਰਿਓ।
ਨੈਕਸਟ ਗੱਲ ਕਰਦੇ ਆ, ਕਹਿੰਦਾ ਵਿਚ ਸੈਕਸ਼ਨ ਆਫ ਦਾ ਆਈਟੀ ਐਕਟ ਕਵਰ ਮੋਸਟ ਆਫ ਦਾ ਕੋਮਨ ਕ੍ਰਾਈਮ ਅਰਾਈਜ਼ਿੰਗ ਆਊਟ ਆਫ ਅਨਆਥੋਰਾਈਜ਼ਡ ਅਸੈਸ। ਮਤਲਬ ਕਿਹੜਾ ਸੈਕਸ਼ਨ ਜਿਹੜਾ ਹੈਗਾ ਉਹ ਜਿਵੇਂ ਆਪਾਂ ਕੋਈ ਅਨਆਥੋਰਾਈਜ਼ਡ ਅਸੈਸ ਨਾਲ ਹੀ ਜ਼ਿਆਦਾ ਕ੍ਰਾਈਮ ਹੁੰਦੇ ਆ, ਸਾਈਬਰ ਕ੍ਰਾਈਮ ਵਗੈਰਾ, ਤਾਂ ਉਹ ਕਿਹੜਾ ਸੈਕਸ਼ਨ ਦੇ ਅੰਡਰ ਕਵਰ ਹੁੰਦੇ ਆ ਰਾਜੇ? 67, 73 ਜਾਂ 74। ਇਹ ਹੁੰਦਾ ਰਾਜੇ 66 ਦੇ ਅੰਡਰ ਹੁੰਦਾ ਹੈ। ਜਿੰਨੀਆਂ ਵੀ ਅਨਆਥੋਰਾਈਜ਼ਡ ਹੈ, ਬਾਈਪਾਸ ਹੈ ਜਾਂ ਕੁਛ ਵੀ ਸਿਕਿਉਰਿਟੀ ਨੂੰ ਬਾਈਪਾਸ ਕਰਦੇ ਹਾਂ ਆਪਾਂ, ਸਾਰਾ ਕੁਛ ਕਿਹਦੇ ਅੰਡਰ ਕਵਰ ਹੁੰਦਾ? 66 ਦੇ ਅੰਡਰ ਕਵਰ ਹੁੰਦਾ ਹੈ। ਨੈਕਸਟ ਦੇਖਦੇ ਹਾਂ, ਕਹਿੰਦਾ ਵਾਟ ਇਜ਼ ਦਾ ਨੇਮ ਆਫ ਦਾ ਆਈਟੀ ਲਾਅ ਦੈਟ ਇੰਡੀਆ ਇਜ਼ ਹੈਵਿੰਗ ਇਨ ਦਾ ਇੰਡੀਅਨ ਲੈਜਿਸਲੇਚਰ। ਤਾਂ ਇਹਦੇ ਵਿੱਚ ਕਹਿੰਦਾ ਵੀ ਆਈਟੀ ਲਾਅ ਦਾ ਮਤਲਬ ਪ੍ਰੋਪਰ ਨਾਮ ਕੀ ਹੈ? ਕਹਿੰਦਾ ਇੰਡੀਅਨ ਟੈਕਨੋਲੋਜੀ ਐਕਟ ਜਾਂ ਇੰਡੀਅਨ ਡਿਜੀਟਲ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਾਂ ਇੰਡੀਅਨ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਾਂ ਦਾ ਟੈਕਨੋਲੋਜੀ ਐਕਟ ਆਫ 2008। ਦੇਖੋ ਨਾਮ ਕਿੰਨੇ ਸੇਮ ਨੇ, ਤਾਂ ਧਿਆਨ ਰੱਖਣਾ ਰਾਜੇ ਹੈਗਾ ਇੰਡੀਆਜ਼ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000। ਤਾਂ ਇਹਨੂੰ ਯਾਦ ਰੱਖਿਓ, ਇਹਦਾ ਨਾਮ ਵੀ ਪੁੱਛਿਆ ਜਾ ਸਕਦਾ ਹੈ। ਉੱਥੇ ਆ ਕੇ ਆਪਾਂ ਕੀ ਹੁੰਦੇ ਆ, ਐਗਜ਼ਾਮ ਦੇ ਵਿੱਚ ਪ੍ਰੈਸ਼ਰ 'ਚ ਹੁੰਦੇ ਆ, ਕਈ ਵਾਰੀ ਆਪਾਂ ਕੀ ਕਰਦੇ ਹਾਂ, ਬਿਲਕੁਲ ਕਲੋਜ਼ ਆਪਸ਼ਨਾਂ ਹੁੰਦੀਆਂ, ਗਲਤ ਟਿਕ ਕਰ ਦਿੰਦੇ ਆ। ਤਾਂ ਦਿਮਾਗ ਖੋਲ ਕੇ ਰੱਖਣਾ ਰਾਜੇ। ਨੈਕਸਟ ਗੱਲ ਕਰਦੇ ਆ, ਕਹਿੰਦਾ ਅੰਡਰ ਵਿਚ ਸੈਕਸ਼ਨ ਆਫ ਆਈਟੀ ਐਕਟ ਸਟੀਲਿੰਗ ਐਂਡ ਡਿਜੀਟਲ ਐਸੈਟਸ ਔਰ ਇਨਫੋਰਮੇਸ਼ਨ ਇਜ਼ ਰਿਟਨ ਏ ਸਾਈਬਰ ਕ੍ਰਾਈਮ। ਮਤਲਬ ਆਪਾਂ ਕਿਸੇ ਦੀ ਕੋਈ ਡਿਜੀਟਲ ਕੋਈ ਆਪਾਂ ਕੋਈ ਪੈਸਾ ਵਗੈਰਾ ਚੋਰੀ ਕਰ ਲੈਂਦੇ ਹਾਂ ਜਾਂ ਕੋਈ ਇਨਫੋਰਮੇਸ਼ਨ ਵਗੈਰਾ ਚੋਰੀ ਕਰ ਲੈਂਦੇ ਹਾਂ, ਤਾਂ ਇਹ ਕ੍ਰਾਈਮ ਕਿਹੜੇ ਅੰਡਰ ਆਉਂਦਾ? 65, 65D, 70, 67 ਜਾਂ 70। ਤਾਂ ਰਾਜੇ ਇਹ ਕਵਰ ਹੁੰਦਾ ਆਪਣਾ ਸੈਕਸ਼ਨ 65 ਦੇ ਅੰਡਰ। ਰਾਈਟ ਹੈ। ਨੈਕਸਟ ਦੇਖਦੇ ਹਾਂ, ਸੈਕਸ਼ਨ ਕਹਿੰਦਾ 66C ਆਫ ਏ ਆਈਟੀ ਐਕਟ ਕਾਹਦੇ ਨਾਲ ਡੀਲ ਕਰਦਾ ਹੈ? ਕਹਿੰਦਾ ਸਾਈਬਰ ਸਟਾਕਿੰਗ ਦੇ ਨਾਲ, ਈਮੇਲ ਬੋਮਬਿੰਗ ਦੇ ਨਾਲ, ਚਾਈਲਡ ਪੋਰਨੋਗ੍ਰਾਫੀ ਦੇ ਨਾਲ ਜਾਂ ਪਨਿਸ਼ਮੈਂਟ ਆਫ ਆਇਡੈਂਟੀਟੀ ਥੈਫਟ। ਤਾਂ ਰਾਈਟ ਆਂਸਰ ਹੈਗਾ ਰਾਜੇ ਪਨਿਸ਼ਮੈਂਟ ਦੇ ਨਾਲ ਰਿਲੇਟਡ ਹੈ, ਜਦੋਂ ਕੋਈ ਆਇਡੈਂਟੀਟੀ ਵਗੈਰਾ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ ਜੀ, 66C ਬਹੁਤ ਇੰਪੋਰਟੈਂਟ ਹੈ 66C। ਨੈਕਸਟ ਗੱਲ ਕਰਦੇ ਆ, ਕਹਿੰਦਾ ਵਾਟ ਇਜ਼ ਦਾ ਅਪਡੇਟਡ ਵਰਜ਼ਨ ਆਫ ਆਈਟੀ ਐਕਟ 2000। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਹਿਲਾਂ ਆਈਟੀ ਐਕਟ 2000 ਆਇਆ ਸੀ, ਉਸ ਤੋਂ ਬਾਅਦ ਉਹਨੂੰ ਅਮੈਂਡਮੈਂਟ ਹੋਈ ਸੀਗੀ, ਤਾਂ ਉਹਦੇ ਬਾਅਦ ਕਿਹੜਾ ਬਣਿਆ ਸੀਗਾ? ਆਈਟੀ ਐਕਟ 2008। ਤਾਂ ਨਾਮ ਹੀ ਯਾਦ ਰੱਖਣਾ, ਸਿੱਧਾ ਨਾਮ ਤੋਂ ਪੁੱਛਿਆ ਗਿਆ ਕੁਐਸਚਨ। ਨੈਕਸਟ ਗੱਲ ਕਰਦੇ ਆ, ਕਹਿੰਦਾ ਆਈਟੀ ਐਕਟ 2000 ਅਮੈਂਡਡ ਵੇਰੀਅਸ ਸੈਕਸ਼ਨਸ ਆਫ ਵਿਚ ਆਫ ਦਾ ਫੋਲੋਇੰਗ ਐਕਟ। ਤਾਂ ਜਿਹੜਾ ਆਈਟੀ ਐਕਟ 2000 ਦੇ ਵਿੱਚ ਅਮੈਂਡਮੈਂਟ ਹੋਈ ਸੀ, ਤਾਂ ਉਹਦੇ ਵਿੱਚ ਕਿਹੜੇ ਕਿਹੜੇ ਅਮੈਂਡਮੈਂਟ ਹੋਈ ਸੀਗੀ? ਕਹਿੰਦਾ ਇੰਡੀਅਨ ਪੈਨਲ ਕੋਡ ਦੇ ਵਿੱਚ, ਰਿਜ਼ਰਵ ਬੈਂਕ ਆਫ ਇੰਡੀਆ ਐਕਟ ਦੇ ਵਿੱਚ ਤੇ ਇੰਡੀਅਨ ਐਵੀਡੈਂਸ ਐਕਟ ਦੇ ਵਿੱਚ। ਜਦੋਂ ਪਹਿਲੀ ਵਾਰੀ ਇੰਡੀਆ ਆਈਟੀ ਐਕਟ ਬਣਿਆ ਸੀ ਤਾਂ ਉਹਨੇ ਕੀ ਕੀਤਾ ਸੀ? ਇਹ ਸਾਰਿਆਂ ਨੂੰ ਕਵਰ ਕੀਤਾ ਸੀ ਰਾਜੇ, ਇਹਨਾਂ ਸਾਰਿਆਂ ਦੇ ਵਿੱਚ ਅਮੈਂਡਮੈਂਟ ਹੋਈ ਸੀਗੀ। ਤਾਂ ਰਾਈਟ ਆਂਸਰ ਬਣ ਜਾਊਗਾ ਤੁਹਾਡਾ ਡੀ। ਓਕੇ ਜੀ, ਨੈਕਸਟ ਵੱਲ ਮੂਵ ਕਰਦੇ ਹਾਂ ਆਪਾਂ। ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਦਾ ਇੰਟੈਲੈਕਚੁਅਲ ਪ੍ਰਾਪਰਟੀ। ਇੰਟੈਲੈਕਚੁਅਲ ਪ੍ਰਾਪਰਟੀ ਹੁੰਦਾ ਜਿਵੇਂ ਮੰਨ ਲਓ ਕਿ ਆਪਣੀ ਕੋਈ ਕਾਪੀਰਾਈਟ ਹੁੰਦਾ ਹੈ ਕਿ ਇਹ ਕੰਟੈਂਟ ਮੈਂ ਲਿਖੇ ਹੋਏ ਹੈ, ਠੀਕ ਹੈ, ਜਾਂ ਆਪਾਂ ਕੋਈ ਪੇਟੈਂਟ ਹੁੰਦਾ ਆਪਣਾ ਜਾਂ ਟ੍ਰੇਡਮਾਰਕਸ ਹੁੰਦਾ ਆਪਣਾ, ਹੈ ਨਾ। ਤਾਂ ਸਾਰਾ ਕੁਛ ਹੀ ਕਵਰ ਹੁੰਦਾ ਰਾਜੇ ਇਸ ਪ੍ਰਾਪਰਟੀ ਦੇ ਅੰਡਰ। ਆਲ ਆਫ ਦਾ ਅਬਵ ਕੀ ਆ ਜਾਊਗਾ? ਤੁਹਾਡਾ ਰਾਈਟ ਆਂਸਰ ਆ ਜਾਊਗਾ। ਨੈਕਸਟ ਗੱਲ ਕਰਦੇ ਆ, ਕਹਿੰਦਾ ਵਿਚ ਐਕਟ ਕਾਸਟ ਰਿਸਪੌਂਸਿਬਿਲਿਟੀ ਔਨ ਦਾ ਬੋਡੀ ਕਾਰਪੋਰੇਟ to protect sensitive and personal information and provide punishment for offense by the companies। ਮਤਲਬ ਕੰਪਨੀ ਦੇ ਵਿੱਚ ਆਪਾਂ ਕੋਈ ਇਨਫੋਰਮੇਸ਼ਨ ਪਾਈ ਆ, ਮੰਨ ਲਓ ਕੋਈ ਡਾਟਾ ਪਿਆ ਆਪਣਾ ਜਿਹੜਾ ਪਰਸਨਲ ਹੈ, ਮੰਨ ਲਓ ਕੰਪਨੀ ਉਹਨੂੰ ਸ਼ੇਅਰ ਕਰ ਦਿੰਦੀ ਹੈ ਜਾਂ ਉਹਨੂੰ ਸੰਭਾਲ ਕੇ ਨਹੀਂ ਰੱਖਦੀ, ਤਾਂ ਉਹ ਕਿਹੜੇ ਐਕਟ ਦੇ ਅੰਡਰ ਕਵਰ ਹੋਊਗਾ ਰਾਜੇ? ਤਾਂ ਉਹ ਆਈਟੀ ਅਮੈਂਡਮੈਂਟ ਐਕਟ 2008 ਦੇ ਅੰਡਰ ਕਵਰ ਹੁੰਦਾ। ਤਾਂ ਰਾਈਟ ਆਂਸਰ ਬਣ ਜਾਊਗਾ ਬੀ। ਓਕੇ ਜੀ, ਨੈਕਸਟ ਦੇਖਦੇ ਹਾਂ, ਕਹਿੰਦਾ ਦਾ ਸੈਕਸ਼ਨ ਡੀਲ ਵਿਦ ਦਾ ਲੀਗਲ ਰਿਕੋਗਨਾਈਜੇਸ਼ਨ ਆਫ ਇਲੈਕਟ੍ਰੋਨਿਕ ਰਿਕਾਰਡ। ਤਾਂ ਇਲੈਕਟ੍ਰੋਨਿਕ ਰਿਕਾਰਡ ਨੂੰ ਕੌਣ ਕਵਰ ਕਰਦਾ ਰਾਜੇ? ਸੈਕਸ਼ਨ 6, 3 ਜਾਂ 4 ਜਾਂ 5। ਤਾਂ ਰਾਜੇ ਜਿਹੜਾ ਸੈਕਸ਼ਨ 4 ਹੈ ਉਹ ਕਵਰ ਕਰਦਾ ਆਪਣੇ ਲੀਗਲ ਰਿਕੋਗਨਾਈਜੇਸ਼ਨ ਇਲੈਕਟ੍ਰੋਨਿਕ ਰਿਕਾਰਡ ਨੂੰ। ਨੈਕਸਟ ਗੱਲ ਕਰਦੇ ਹਾਂ, ਕਹਿੰਦਾ ਦਾ ਸੈਕਸ਼ਨ ਡੀਲ ਵਿਦ ਦਾ ਲੀਗਲ, ਠੀਕ ਹੈ, ਇਹ ਆਪਾਂ ਇੱਕ ਮਿੰਟ, ਮੈਨੂੰ ਲੱਗਦਾ ਕੁਐਸਚਨ ਰਿਪੀਟ ਤਾਂ ਨਹੀਂ ਹੋ ਗਿਆ, ਨਹੀਂ, ਠੀਕ ਹੈ, ਉਹ ਇਲੈਕਟ੍ਰੋਨਿਕ ਰਿਕਾਰਡ ਹੈ। ਨੈਕਸਟ ਆਪਾਂ ਦੇਖਦੇ ਹਾਂ, ਕਹਿੰਦਾ ਦਾ ਸੈਕਸ਼ਨ ਡੀਲ ਵਿਦ ਦਾ ਲੀਗਲ ਰਿਕੋਗਨਾਈਜੇਸ਼ਨ ਆਫ ਡਿਜੀਟਲ ਸਿਗਨੇਚਰ। ਦੇਖੋ ਸੇਮ ਜੇ ਕੁਐਸਚਨ ਆ, ਦੇਖੋ ਮੈਂ ਵੀ ਕਨਫਿਊਜ਼ ਹੋ ਗਿਆ, ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾਗਾ, ਧਿਆਨ ਨਾਲ ਕੁਐਸਚਨ ਨੂੰ ਪੜ੍ਹਨਾ 2 ਵਾਰ। ਇਹ ਡਿਜੀਟਲ ਸਿਗਨੇਚਰ ਦੀ ਗੱਲ ਕਰ ਰਿਹਾ, ਤਾਂ ਡਿਜੀਟਲ ਸਿਗਨੇਚਰ ਹੁੰਦਾ ਰਾਜੇ ਸੈਕਸ਼ਨ 5 ਦੇ ਅੰਡਰ। ਰਾਈਟ ਹੈ, ਦੋਨੇ ਕੁਐਸਚਨ ਸੇਮ ਸੀਗੇ, ਇੱਕ ਦੇ ਵਿੱਚ ਦੇਖ ਲਓ ਕਿਵੇਂ ਚੇਂਜ ਹੋਇਆ, ਇੱਕ ਦੇ ਵਿੱਚ ਸੈਕਸ਼ਨ 4 ਆਇਆ, ਇੱਕ ਦੇ ਵਿੱਚ ਸੈਕਸ਼ਨ ਕੀ ਆਇਆ? 5 ਆਇਆ। ਠੀਕ ਹੈ, ਧਿਆਨ ਰੱਖਣਾ ਇਸ ਚੀਜ਼ ਦਾ। ਨੈਕਸਟ ਕੁਐਸਚਨ ਵੱਲ ਮੂਵ ਆਨ ਕਰਦੇ ਹਾਂ ਆਪਾਂ ਰਾਜੇ। ਕਹਿੰਦਾ ਵਿਚ ਐਕਟ ਇਨ ਇੰਡੀਆ ਫੋਕਸ ਔਨ ਦਾ ਡਾਟਾ ਪ੍ਰੋਟੈਕਸ਼ਨ ਐਂਡ ਡਾਟਾ ਪ੍ਰਾਈਵੇਸੀ। ਤਾਂ ਕਿਹੜੇ ਐਕਟ ਨੇ ਡਾਟਾ ਪ੍ਰਾਈਵੇਸੀ ਦੇ ਉੱਪਰ ਜ਼ਿਆਦਾ ਫੋਕਸ ਕੀਤਾ? ਤੁਹਾਨੂੰ ਪਤਾ ਹੀ ਹੈ, ਆਈਟੀ ਅਮੈਂਡਮੈਂਟ ਐਕਟ 2008। ਠੀਕ ਹੈ ਜੀ, ਯਾਦ ਰੱਖਿਓ।
ਨੈਕਸਟ ਗੱਲ ਕਰਦੇ ਆ, ਕਹਿੰਦਾ ਵਿਚ ਸੈਕਸ਼ਨ ਆਫ ਆਈਟੀ ਡੀਲ ਵਿਦ ਦਾ ਚਾਈਲਡ ਪੋਰਨੋਗ੍ਰਾਫੀ ਐਂਡ ਪਨਿਸ਼ਮੈਂਟ ਪ੍ਰੋਵਾਈਡਡ ਬਾਈ ਆਈਟੀ ਪ੍ਰੋਵਾਈਡਡ ਬਾਈ ਇਟ ਫॉर ਫਸਟ ਕਨਵਿਕਸ਼ਨ। ਮਤਲਬ ਕਿ ਪਹਿਲੀ ਵਾਰ ਅਗਰ ਆਪਾਂ ਕੋਈ ਆਹ ਕ੍ਰਾਈਮ ਕਰਦੇ ਆ ਤਾਂ ਇਹਦੇ ਅੰਡਰ ਆਪਾਂ ਨੂੰ ਕੀ ਸਜ਼ਾ ਮਿਲਦੀ ਹੈ ਤੇ ਕਿਹੜੇ ਸੈਕਸ਼ਨ ਦੇ ਅੰਡਰ ਮਿਲਦੀ ਹੈ ਤੇ ਕਿੰਨੀ ਸਜ਼ਾ ਮਿਲਦੀ ਹੈ। ਤਾਂ ਰਾਜੇ ਸਾਰਾ ਕੁਝ ਪੜ੍ਹ ਲਿਓ ਤੁਸੀਂ। ਆਹ ਵੈਸੇ ਰਾਈਟ ਆਪਸ਼ਨ ਜਿਹੜੀ ਹੈਗੀ ਹੈ ਡੀ ਹੈਗੀ ਆ, ਇਹ ਆਉਂਦਾ ਭਾਈ 67 ਬੀ ਦੇ ਅੰਡਰ 5 ਸਾਲ ਦੀ ਆਪਾਂ ਨੂੰ ਜੇਲ੍ਹ ਹੁੰਦੀ ਹੈ ਤੇ ਫਾਈਨ ਹੁੰਦਾ ਆਪਾਂ ਨੂੰ 10 ਲੱਖ ਦਾ। 10 ਲੱਖ ਤੱਕ ਆਪਾਂ ਨੂੰ ਕੀ ਹੋ ਸਕਦਾ, ਫਾਈਨ ਹੋ ਸਕਦਾ ਹੈ। ਰਾਈਟ ਹੈ। ਨੈਕਸਟ ਵੱਲ ਮੂਵ ਕਰਦੇ ਹਾਂ ਆਪਾਂ। ਕਹਿੰਦਾ ਵਿਚ ਆਫ ਦਾ ਫੋਲੋਇੰਗ ਐਕਟ ਇਜ਼ ਨੋਟ ਏ ਅਮੈਂਡਮੈਂਟ ਬਾਈ ਦਾ ਆਈਟੀ ਐਕਟ। ਤਾਂ ਆਈਟੀ ਐਕਟ ਦੇ ਵਿੱਚ ਇੰਡੀਅਨ ਪੈਨਲ ਕੋਡ ਦਾ ਅਮੈਂਡਮੈਂਟ ਹੋਇਆ ਸੀਗਾ, ਰਿਜ਼ਰਵ ਬੈਂਕ ਵੀ ਹੋਇਆ ਸੀ, ਬੈਂਕਰ ਬੁੱਕ ਐਵੀਡੈਂਸ ਵੀ ਹੋਇਆ ਸੀਗਾ, ਤੇ ਲਾਸਟ ਜਿਹੜਾ ਇਨਕਮ ਟੈਕਸ ਆ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਅਮੈਂਡਮੈਂਟ ਨਹੀਂ ਹੋਇਆ ਤਾਂ ਨੋਟ ਪੁੱਛਿਆ ਤਾਂ ਰਾਈਟ ਆਂਸਰ ਹੋ ਜਾਊਗਾ ਤੁਹਾਡਾ ਡੀ ਹੋ ਜਾਊਗਾ। ਅਗਲਾ ਕਹਿੰਦਾ ਵਟ ਇਜ਼ ਦਾ ਪ੍ਰਪੋਜ਼ਡ ਪਨਿਸ਼ਮੈਂਟ ਫॉर ਸਾਈਬਰ ਟੈਰਰਿਜ਼ਮ। ਦੇਖੋ ਸਾਈਬਰ ਟੈਰਰਿਜ਼ਮ ਦੇ ਬਾਰੇ ਕਹਿੰਦਾ ਵੀ ਕੀ ਸਜ਼ਾ ਹੈਗੀ ਉਹਦੇ ਵਾਸਤੇ। ਕਹਿੰਦਾ 1 ਕਰੋੜ ਰੁਪਈਆ ਪਨਿਸ਼ਮੈਂਟ ਹੈ, ਲਾਈਫ ਇੰਪ੍ਰਿਜ਼ਨਮੈਂਟ ਹੈ ਜਾਂ 10 ਈਅਰ ਦੀ ਹੈ ਜੇਲ੍ਹ ਹੈ ਜਾਂ 6 ਸਾਲ ਦੀ ਜੇਲ੍ਹ ਹੈ। ਤਾਂ ਲਾਈਫ ਟਾਈਮ ਭਾਈ, ਲਾਈਫ ਟਾਈਮ। ਤਾਂ ਸਾਈਬਰ ਟੈਰਰਿਜ਼ਮ ਦੇ ਵਿੱਚ ਕੀ ਆ ਜਾਊਗਾ, ਲਾਈਫ ਟਾਈਮ ਜੇਲ੍ਹ ਹੋਊਗੀ। ਰਾਈਟ ਹੈ। ਨੈਕਸਟ ਵੱਲ ਮੂਵ ਕਰਦੇ ਹਾਂ ਆਪਾਂ 23rd ਕੁਐਸਚਨ ਦੇ ਵਿੱਚ। ਕਹਿੰਦਾ ਵਿਚ ਸੈਕਸ਼ਨ ਆਫ ਆਈਟੀ ਐਕਟ 2000 ਪ੍ਰਪੋਜ਼ਿਜ਼ ਏ ਪਨਿਸ਼ਮੈਂਟ ਆਫ ਲਾਈਫ ਇੰਪ੍ਰਿਜ਼ਨਮੈਂਟ। ਦੇਖੋ ਪੁੱਛਣ ਦਾ ਢੰਗ ਚੇਂਜ ਕਰਤਾ। ਉਹਦੇ ਵਿੱਚ ਦੇਖੋ ਸਾਈਬਰ ਕ੍ਰਾਈਮ ਦੇ ਬਾਰੇ ਪੁੱਛਿਆ ਸੀ ਤਾਂ ਸਜ਼ਾ ਪੁੱਛ ਲਈ। ਇਹਦੇ ਵਿੱਚ ਕਹਿੰਦਾ ਵੀ ਕਿਹੜਾ ਸੈਕਸ਼ਨ ਉਸ ਚੀਜ਼ ਨੂੰ ਕਵਰ ਕਰਦਾ, ਤਾਂ ਉਸ ਚੀਜ਼ ਨੂੰ ਰਾਜੇ ਸੈਕਸ਼ਨ ਕਵਰ ਕਰਦਾ 66F। ਯਾਦ ਰੱਖਿਓ 66F ਦੇ ਅੰਡਰ ਆਉਂਦਾ ਲਾਈਫ ਟਾਈਮ ਇੰਪ੍ਰਿਜ਼ਨਮੈਂਟ। ਠੀਕ ਹੈ ਜੀ। ਨੈਕਸਟ ਗੱਲ ਕਰਦੇ ਹਾਂ ਆਪਾਂ 24 ਕੁਐਸਚਨ ਦੀ। ਕਹਿੰਦਾ ਵਿਚ ਸੈਕਸ਼ਨ ਆਫ ਆਈਟੀ ਐਕਟ ਡੀਲ ਵਿਦ ਦਾ ਸਾਈਬਰ ਟੈਰਰਿਜ਼ਮ। ਤਾਂ ਸਾਈਬਰ ਟੈਰਰਿਜ਼ਮ ਦਾ ਤੁਹਾਨੂੰ ਦੱਸ ਕੇ ਹਟਿਆ ਮੈਂ ਹੁਣੇ, ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ। ਤਾਂ ਇਹਦਾ ਆ ਗਿਆ ਭਾਈ 66F। ਇੱਕੋ ਚੀਜ਼ ਤੋਂ 3 ਵਾਰੀ ਕੁਐਸਚਨ ਪੁੱਛਿਆ ਵੱਖਰੇ ਵੱਖਰੇ ਢੰਗ ਦੇ ਨਾਲ। ਤਾਂ ਇਸ ਤਰ੍ਹਾਂ ਤੁਸੀਂ ਯਾਦ ਕਰ ਲੈਣਾ। ਤਿੰਨੇ ਹੀ ਕੁਐਸਚਨ ਕੀ ਆ, ਬਹੁਤ ਇੰਪੋਰਟੈਂਟ ਨੇ ਤੁਹਾਡੇ ਐਗਜ਼ਾਮ ਦੇ ਲਈ। ਨੈਕਸਟ ਗੱਲ ਕਰਦੇ ਹਾਂ। ਕਹਿੰਦਾ ਵਿਚ ਸੈਕਸ਼ਨ ਆਫ ਆਈਟੀ ਐਕਟ ਡੀਲ ਵਿਦ ਦਾ ਅਪੁਆਇੰਟਮੈਂਟ ਆਫ ਦਾ ਕੰਟਰੋਲਰ ਆਫ ਦਾ ਸਰਟੀਫਾਈਂਗ ਅਥਾਰਟੀਜ਼। ਠੀਕ ਹੈ ਜੀ। ਤਾਂ ਇਹਦੇ ਵਿੱਚ ਦੇਖਦੇ ਹਾਂ ਸੈਕਸ਼ਨ 5, 15, 10 ਜਾਂ 17। ਤਾਂ ਰਾਈਟ ਆਂਸਰ ਹੈਗਾ ਰਾਜੇ ਸੈਕਸ਼ਨ 17 ਹੈਗਾ ਜਿਹੜਾ ਉਹ ਡੀਲ ਕਰਦਾ ਅਪੁਆਇੰਟਮੈਂਟ ਦੇ ਨਾਲ। ਠੀਕ ਹੈ। ਰਾਈਟ ਹੈ ਜੀ। ਨੈਕਸਟ ਦੇਖਦੇ ਹਾਂ ਆਪਾਂ। ਕਹਿੰਦਾ ਵਿਚ ਐਕਟ ਵਿਚ ਪ੍ਰੋਵਾਈਡ ਲੀਗਲ ਫਰੇਮਵਰਕ ਫॉर ਈ ਗਵਰਨੈਂਸ ਇਨ ਇੰਡੀਆ। ਈ ਗਵਰਨੈਂਸ ਦਾ ਮਤਲਬ ਕਿ ਜਿਵੇਂ ਕੋਈ ਗਵਰਨਮੈਂਟ ਆਨਲਾਈਨ ਕੰਮ ਕਰਦੀ ਹੈ ਤਾਂ ਕਿਹੜਾ ਐਕਟ ਉਹਨੂੰ ਫਰੇਮਵਰਕ ਮਤਲਬ ਲੀਗਲ ਫਰੇਮਵਰਕ ਪ੍ਰੋਵਾਈਡ ਕਰਦਾ, ਸਟਰਕਚਰ ਪ੍ਰੋਵਾਈਡ ਕਰਦਾ। ਤਾਂ ਰਾਜੇ ਉਹਦੇ ਵਾਸਤੇ ਹੈਗਾ ਆਈਟੀ ਐਕਟ 2000। ਰਾਈਟ ਹੈ। ਨੈਕਸਟ ਦੇਖਦੇ ਹਾਂ ਹਾਊ ਮੈਨੀ ਸ਼ਡਿਊਲਡ ਆਰ ਦੇਅਰ ਇਨ ਆਈਟੀ ਐਕਟ 2000। ਤਾਂ ਕਿੰਨੇ ਸ਼ਡਿਊਲ ਨੇ ਰਾਜੇ, 3, 4, 6 ਜਾਂ 2। ਤਾਂ ਯਾਦ ਰੱਖ ਲਿਓ ਰਾਜੇ ਉਹਦੇ ਵਿੱਚ 4 ਸ਼ਡਿਊਲ ਨੇ ਜਿਹੜਾ ਪਹਿਲਾ ਵਾਰੀ ਆਈਟੀ ਐਕਟ 2000 ਆਇਆ ਸੀਗਾ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ। ਕਹਿੰਦਾ ਡਿਜੀਟਲ ਸਿਗਨੇਚਰ ਕ੍ਰੀਏਟਡ ਐਂਡ ਵੈਰੀਫਾਈਡ ਯੂਜ਼ਿੰਗ। ਤਾਂ ਕਿੱਦਾਂ ਵੈਰੀਫਾਈ ਕਰਦੇ ਨੇ ਭਾਈ, ਪ੍ਰੋਗਰਾਮ ਦੇ ਨਾਲ, ਗ੍ਰਾਫਿਕਲ ਕੋਡਿੰਗ ਜਾਂ HTML ਜਾਂ ਕ੍ਰਿਪਟੋਗ੍ਰਾਫੀ। ਤਾਂ ਕ੍ਰਿਪਟੋਗ੍ਰਾਫੀ ਦੇ ਨਾਲ ਭਾਈ ਇਹਨੂੰ ਵੈਰੀਫਾਈ ਕਰਦੇ ਆ। ਤਾਂ ਯਾਦ ਰੱਖ ਲਿਓ ਡੀ ਹੋਗਾ ਤੁਹਾਡਾ ਰਾਈਟ ਆਂਸਰ। ਨੈਕਸਟ ਦੇਖਦੇ ਹਾਂ ਪ੍ਰਾਈਵੇਟ ਕੀ। ਆ ਜਿਹੜੇ ਡਿਜੀਟਲ ਸਿਗਨੇਚਰ ਹੁੰਦੇ ਆ ਜਾਂ ਈ ਸਿਗਨੇਚਰ ਹੁੰਦੇ ਨੇ ਇਹਨਾਂ ਦੇ ਵਿੱਚ ਯੂਜ਼ ਹੁੰਦੀਆਂ ਇਹ ਕੀਜ਼ ਵਗੈਰਾ, ਤੁਸੀਂ ਪੜ੍ਹ ਲਿਓ ਇਹਨੂੰ। ਕਹਿੰਦਾ ਪ੍ਰਾਈਵੇਟ ਕੀ ਕਾਹਦੇ ਵਾਸਤੇ ਯੂਜ਼ ਹੁੰਦੀ ਹੈ। ਕਹਿੰਦਾ ਡਿਜੀਟਲ ਸਾਈਨ ਵਾਸਤੇ, ਵੈਰੀਫਾਈ ਦਾ ਸਾਈਨ, ਵੈਰੀਫਾਈ ਦਾ ਡਾਕੂਮੈਂਟ ਜਾਂ ਕੋਡਿੰਗ ਵਾਸਤੇ। ਜਿਹੜੀ ਪ੍ਰਾਈਵੇਟ ਕੀ ਹੁੰਦੀ ਹੈ ਰਾਜੇ ਉਹ ਡਿਜੀਟਲ ਸਾਈਨ ਵਾਸਤੇ ਹੁੰਦੀ ਹੈ। ਡਿਜੀਟਲੀ ਸਾਈਨ ਆਪਾਂ ਜਿਹੜਾ ਕਰਦੇ ਹਾਂ ਉਹਨਾਂ ਵਾਸਤੇ ਵਰਤੀ ਜਾਂਦੀ ਹੈ। ਨੈਕਸਟ ਇੱਕ ਹੁੰਦੀ ਹੈ ਪਬਲਿਕ ਕੀ। ਪਬਲਿਕ ਕੀ ਕਾਹਦੇ ਵਾਸਤੇ ਵਰਤੀ ਜਾਂਦੀ ਹੈ। ਪ੍ਰਾਈਵੇਟ ਤਾਂ ਡਿਜੀਟਲੀ ਸਾਈਨ ਕਰਨ ਵਾਸਤੇ ਵਰਤੀ ਜਾਂਦੀ, ਜਿਹੜੀ ਪਬਲਿਕ ਹੁੰਦੀ ਹੈ ਰਾਜੇ ਉਹਨੂੰ ਵੈਰੀਫਾਈ ਕਰਨ ਵਾਸਤੇ ਵਰਤੀ ਜਾਂਦੀ ਹੈ। ਤਾਂ ਰਾਈਟ ਆਂਸਰ ਕੀ ਹੋ ਜਾਊਗਾ ਤੁਹਾਡਾ, ਬੀ ਹੋ ਜਾਊਗਾ। ਓਕੇ। ਹੁਣ ਨੈਕਸਟ ਕੀ ਹੈ, 3 ਬੜੇ ਇੰਪੋਰਟੈਂਟ ਕੁਐਸਚਨ ਨੇ, ਤੁਸੀਂ ਇਹਨਾਂ ਦੇ ਜਵਾਬ ਜ਼ਰੂਰ ਦੇਣੇ ਨੇ। ਜੇ ਮੰਨ ਲਓ ਤੁਹਾਨੂੰ ਨਹੀਂ ਆਉਂਦਾ ਹੋਇਆ ਤਾਂ ਤੁਹਾਨੂੰ ਮੈਂ ਦੱਸ ਦੂੰਗਾ, ਇਹਨਾਂ ਦੇ ਆਨਸਰ ਤੁਸੀਂ ਜ਼ਰੂਰ ਕਰਨੇ ਨੇ। ISMS ਕਹਿੰਦਾ ਇਹਦੇ ਵਿੱਚ ਮਤਲਬ ਇਹਦੀ ਫੁੱਲ ਫਾਰਮ ਦੱਸਣੀ ਹੈ ਤੁਸੀਂ ਮੈਨੂੰ। ਤਾਂ ਇਹਦਾ ਰਾਈਟ ਆਂਸਰ ਤੁਸੀਂ ਦੱਸਣਾ ਮੈਨੂੰ। ਨਾਲ ਹੀ ਤੁਸੀਂ ਮੈਨੂੰ ਦੱਸਣਾ ਕਿ ਸੈਕਸ਼ਨ ਜਿਹੜਾ 66E ਹੈ ਆਈਟੀ ਐਕਟ ਦਾ ਡੀਲ ਕਰਨ ਨਾਲ ਕਰਦਾ ਹੈ ਪਨਿਸ਼ਮੈਂਟ ਆਫ ਵਾਇਲੈਂਸ ਆਫ ਪ੍ਰਾਈਵੇਸੀ, ਸਪੈਮਿੰਗ ਦੇ ਨਾਲ, ਸਾਈਬਰ ਸਟਾਕਿੰਗ ਦੇ ਨਾਲ ਜਾਂ ਫਿਸ਼ਿੰਗ ਦੇ ਨਾਲ। ਠੀਕ ਹੈ। ਇਹ ਸਾਰਾ ਕੁਝ ਤੁਸੀਂ ਮੈਨੂੰ ਆਨਸਰ ਕਰਕੇ ਜਾਣਾ। 3 ਕੁਐਸਚਨ ਮੈਂ ਪੁੱਛੇ ਤੁਹਾਨੂੰ। ਜਾਂ ਕਹਿੰਦਾ ਟੈਂਪਰਿੰਗ ਆਫ ਏ ਕੰਪਿਊਟਰ ਸੋਰਸ ਕੋਡ। ਤਾਂ ਇਹ ਕਿਹੜੇ ਸੈਕਸ਼ਨ ਦੇ ਅੰਡਰ ਕਵਰ ਹੁੰਦਾ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਤੇ ਚਲੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।